ਪਿਆਰੇ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਆਪ ਸਭ ਠੀਕ ਠਾਕ ਹੋਵੋਗੇ। ਵਿਦਿਆਰਥੀਓ, ਅੱਜ ਆਪਾਂ ਗੱਲ ਕਰਾਂਗੇ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੀ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਟੈਂਸਸ ਨੂੰ ਪੰਜਾਬੀ ਵਿੱਚ ਕਾਲ ਦੇ ਸਮਾਰਥਕ ਸ਼ਬਦ ਵਜੋਂ ਸਮਝਿਆ ਜਾਂਦਾ ਹੈ, ਪਰ ਆਪਾਂ ਟੈਂਸਸ ਨੂੰ ਪੰਜਾਬੀ ਵਾਕਾਂ ਤੋਂ ਅੰਗਰੇਜ਼ੀ ਵਾਕਾਂ ਵਿੱਚ ਟਰਾਂਸਲੇਟ ਕਰਨ ਦੇ ਨਿਯਮਾਂ ਵਜੋਂ ਸਮਝਾਂਗੇ। ਸੋ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਕਿੱਥੇ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਅਤੇ ਇਸ ਦੀ ਡੈਫੀਨੇਸ਼ਨ ਕੀ ਹੈ? ਤਾਂ ਇਹ ਉੱਥੇ ਵਰਤਿਆ ਜਾਂਦਾ ਹੈ ਜਦੋਂ ਕੋਈ ਕੰਮ ਲਗਾਤਾਰ ਹੁੰਦਾ ਹੈ, ਵਿਸ਼ੇਸ਼ ਤੌਰ 'ਤੇ ਆਦਤਾਂ, ਰੋਜ਼ਾਨਾ ਹੋਣ ਵਾਲੇ ਕੰਮਾਂ, ਪਸੰਦ, ਨਾਪਸੰਦ, ਯੂਨੀਵਰਸਲ ਸੱਚਾਈਆਂ ਅਤੇ ਤੱਥਾਂ ਸੰਬੰਧੀ ਸਧਾਰਨ ਵਾਕਾਂ ਲਈ ਵਰਤਿਆ ਜਾਂਦਾ ਹੈ। ਇਸ ਦੇ ਪੋਜ਼ਿਟਿਵ ਵਾਕਾਂ ਦੀ ਪਹਿਚਾਣ ਇਹ ਹੈ ਕਿ ਵਾਕਾਂ ਦੇ ਅੰਤ ਵਿੱਚ ਦਾ ਹੈ, ਦੀ ਹੈ, ਦੇ ਹਨ, ਦੀਆਂ ਹਨ ਆਦਿ ਆਉਂਦਾ ਹੈ। ਜਿਵੇਂ ਆਪਾਂ ਦੇਖਿਆ ਕਿ ਇਹਨਾਂ ਵਾਕਾਂ ਦੇ ਅੰਤ ਵਿੱਚ ਦਾ ਹੈ, ਦੀ ਹੈ, ਦਾ ਹੈ ਲੱਗਦਾ ਹੈ, ਤਾਂ ਆਓ ਇਹਨਾਂ ਵਾਕਾਂ ਦੀਆਂ ਕੁਝ ਉਦਾਹਰਨਾਂ ਦੇਖੀਏ। ਉਹ ਹਰ ਰੋਜ਼ ਸੈਰ ਕਰਨ ਜਾਂਦਾ ਹੈ। ਉਹ ਸਵੇਰੇ ਜਲਦੀ ਉੱਠਦੀ ਹੈ। ਚਪੜਾਸੀ 9 ਵਜੇ ਘੰਟੀ ਵਜਾਉਂਦਾ ਹੈ। ਮੈਂ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਦਾ ਹਾਂ। ਅਸੀਂ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਦੇ ਹਾਂ। ਮੈਂ ਮਠਿਆਈ ਪਸੰਦ ਨਹੀਂ ਕਰਦਾ। ਉਹ ਕਦੇ ਝੂਠ ਨਹੀਂ ਬੋਲਦਾ। ਤਾਂ ਆਓ ਇਹਨਾਂ ਵਾਕਾਂ ਨੂੰ ਪੰਜਾਬੀ ਤੋਂ ਇੰਗਲਿਸ਼ ਵਿੱਚ ਟਰਾਂਸਲੇਟ ਕਰਨ ਲਈ ਵਰਤੇ ਜਾਣ ਵਾਲੇ ਨਿਯਮਾਂ ਬਾਰੇ ਜਾਣੀਏ। ਪਿਆਰੇ ਵਿਦਿਆਰਥੀਓ, ਇਹ ਸਲਾਈਡ ਬਹੁਤ ਮਹੱਤਵਪੂਰਨ ਹੈ। ਇਸ ਨੂੰ ਚੰਗੀ ਤਰ੍ਹਾਂ ਸਮਝਣਾ। ਜੇ ਇੱਕ ਵਾਰ ਵਿੱਚ ਸਮਝ ਨਾ ਲੱਗੇ ਤਾਂ ਤੁਸੀਂ ਵਾਰ-ਵਾਰ ਇਸ ਨੂੰ ਦੇਖ ਸਕਦੇ ਹੋ। ਤਾਂ ਟਰਾਂਸਲੇਟ ਕਰਨ ਲਈ ਦੇਖੀਏ ਕਿ ਜੇ ਸਬਜੈਕਟ ਭਾਵ ਵਾਕ ਵਿੱਚ ਕੰਮ ਕਰਨ ਵਾਲਾ ਕਰਤਾ ਜਾਂ ਵਿਅਕਤੀ ਹੀ ਜਾਂ ਸ਼ੀ ਜਾਂ ਇਟ ਜਾਂ ਕੋਈ ਨਾਮ ਜਾਂ ਇੱਕ ਵਚਨ ਹੋਵੇ ਤਾਂ ਰੂਲ ਹੈ ਸਬਜੈਕਟ ਪਲੱਸ ਵਰਬ ਦੀ ਪਹਿਲੀ ਫਾਰਮ ਦੇ ਨਾਲ ਐਸ ਜਾਂ ਈਐਸ ਪਲੱਸ ਆਬਜੈਕਟ। ਇਹਨਾਂ ਵਾਕਾਂ ਵਿੱਚੋਂ ਇੱਕ ਦੀ ਉਦਾਹਰਨ ਹੈ ਅਮਨ ਸਕੂਲ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇੰਗਲਿਸ਼ ਵਿੱਚ ਲਿਖਾਂਗੇ ਅਮਨ, ਕਿਉਂਕਿ ਇਹ ਸਬਜੈਕਟ ਹੈ। ਉਸ ਤੋਂ ਬਾਅਦ ਜਾਣ ਦੀ ਇੰਗਲਿਸ਼ ਹੈ ਗੋ। ਇਸ ਦੇ ਨਾਲ ਆਪਾਂ ਲਾਵਾਂਗੇ ਈਐਸ। ਉਹ ਕਿਉਂ ਲਾਇਆ ਉਹ ਆਪਾਂ ਅੱਗੇ ਚੱਲ ਕੇ ਸਮਝਾਂਗੇ। ਉਸ ਦੇ ਨਾਲ ਲਾਵਾਂਗੇ ਟੂ ਤੇ ਉਸ ਤੋਂ ਬਾਅਦ ਆਬਜੈਕਟ ਸਕੂਲ। ਸੋ ਵਾਕ ਬਣੇਗਾ ਅਮਨ ਗੋਜ਼ ਟੂ ਸਕੂਲ। ਇਸੇ ਤਰ੍ਹਾਂ ਇੱਕ ਵਾਕ ਹੈ ਉਹ ਕੈਨੇਡਾ ਰਹਿੰਦਾ ਹੈ। ਇਸ ਦੀ ਇੰਗਲਿਸ਼ ਬਣੇਗੀ ਹੀ ਲਿਵਸ ਇਨ ਕੈਨੇਡਾ। ਜੇਕਰ ਸਬਜੈਕਟ ਆਈ, ਵੀ, ਦੇ ਅਤੇ ਪਲੂਰਲ ਹੋਵੇ ਤਾਂ ਰੂਲ ਹੈ ਸਬਜੈਕਟ ਪਲੱਸ ਵਰਬ ਦੀ ਪਹਿਲੀ ਫਾਰਮ ਪਲੱਸ ਆਬਜੈਕਟ। ਇਸ ਦੀ ਉਦਾਹਰਨ ਹੈ ਮੈਂ ਸਵੇਰੇ ਜਲਦੀ ਉੱਠਦਾ ਹਾਂ। ਆਈ ਗੈਟ ਅਪ ਅਰਲੀ ਇਨ ਦਾ ਮਾਰਨਿੰਗ। ਈਐਸ ਦੀ ਵਰਤੋਂ, ਤਾਂ ਈਐਸ ਦੀ ਵਰਤੋਂ ਉੱਥੇ ਹੁੰਦੀ ਹੈ ਜਿੱਥੇ ਵਰਬ ਦੇ ਅੰਤ ਵਿੱਚ ਓ, ਡਬਲ ਐਸ, ਜ਼ੈਡ, ਸੀ ਐਚ, ਐਸ ਐਚ ਜਾਂ ਐਕਸ ਆਉਂਦਾ ਹੋਵੇ, ਭਾਵ ਐਸ ਦੀ ਆਵਾਜ਼ ਨਾ ਆਉਂਦੀ ਹੋਵੇ। ਅੰਤ ਵਿੱਚ ਓ, ਜ਼, ਚ, ਸ਼, ਜ਼ ਦੀ ਆਵਾਜ਼ ਆਉਂਦੀ ਹੋਵੇ। ਉਦਾਹਰਨ ਹੈ ਗੋਜ਼, ਕਿਸਸ, ਵਾਚਸ, ਬਜਸ, ਫਿਕਸਸ। ਬਾਕੀ ਸਾਰੇ ਵਰਬ ਦੇ ਨਾਲ ਐਸ ਦੀ ਵਰਤੋਂ ਹੁੰਦੀ ਹੈ। ਬੱਚਿਓ, ਤੁਸੀਂ ਇਸ ਸਲਾਈਡ ਦੀ ਸਕਰੀਨਸ਼ਾਟ ਲੈ ਕੇ ਦੁਬਾਰਾ ਵੀ ਪੜ੍ਹ ਸਕਦੇ ਹੋ। ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਪੋਜ਼ਿਟਿਵ ਵਾਕਾਂ ਦੀਆਂ ਕੁਝ ਹੋਰ ਉਦਾਹਰਨਾਂ ਹਨ। ਮੈਂ ਹਰ ਰੋਜ਼ ਸਵੇਰੇ ਜਲਦੀ ਉੱਠਦੀ ਹਾਂ। ਆਈ ਗੈਟ ਅਪ ਅਰਲੀ ਐਵਰੀ ਡੇ। ਉਹ ਹਰ ਰੋਜ਼ ਖੇਡ ਦੇ ਮੈਦਾਨ ਵਿੱਚ ਜਾਂਦਾ ਹੈ। ਹੀ ਗੋਜ਼ ਟੂ ਪਲੇਗਰਾਊਂਡ ਡੇਲੀ। ਉਹ ਬਾਂਗਲਾ ਸੰਗੀਤ ਪਸੰਦ ਕਰਦੇ ਹਨ। ਦੇ ਲਾਈਕ ਬਾਂਗਲਾ ਮਿਊਜ਼ਿਕ। ਪਾਣੀ 100 ਡਿਗਰੀ ਸੈਲਸੀਅਸ 'ਤੇ ਉਬਲਦਾ ਹੈ। ਵਾਟਰ ਬੋਇਲਸ ਐਟ 100 ਡਿਗਰੀ ਸੈਲਸੀਅਸ। ਉਹ ਭਾਰਤ ਵਿੱਚ ਰਹਿੰਦੀ ਹੈ। ਸ਼ੀ ਲਿਵਸ ਇਨ ਇੰਡੀਆ। ਸਟੂਡੈਂਟਸ, ਜੇ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਵਾਕ
ਨਾਂਵਾਚਕ ਹੋਣ ਤਾਂ ਉਹਨਾਂ ਦੀ ਪਹਿਚਾਣ ਅਤੇ ਨਿਯਮ ਕੁਝ ਅਲੱਗ ਤਰ੍ਹਾਂ ਦੇ ਹੁੰਦੇ ਹਨ। ਨੈਗੇਟਿਵ ਸੈਂਟੈਂਸ ਭਾਵ ਨਾਂਵਾਚਕ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਪੰਜਾਬੀ ਵਾਕ ਦੇ ਅੰਤ ਵਿੱਚ ਨਹੀਂ ਦਾ ਹੈ, ਨਹੀਂ ਦੀ ਹੈ, ਨਹੀਂ ਦੇ ਹਨ, ਨਹੀਂ ਦੀਆਂ ਹਨ, ਨਹੀਂ ਦਾ ਹੈ, ਦਾ ਨਹੀਂ ਹਾਂ ਆਦਿ ਆਉਂਦਾ ਹੈ। ਜੇਕਰ ਸਬਜੈਕਟ ਇੱਕ ਵਚਨ ਨਾਮ ਜਾਂ ਹੀ ਜਾਂ ਸ਼ੀ ਜਾਂ ਇਟ ਹੋਵੇ ਤਾਂ ਇਸ ਲਈ ਨਿਯਮ ਹੈ ਸਬਜੈਕਟ ਪਲੱਸ ਡਜ਼ ਨਾਟ ਪਲੱਸ ਵਰਬ ਦੀ ਪਹਿਲੀ ਫਾਰਮ ਪਲੱਸ ਆਬਜੈਕਟ। ਜੇ ਸਬਜੈਕਟ ਬਹੁਵਚਨ ਨਾਮ ਹੋਵੇ ਜਾਂ ਆਈ ਹੋਵੇ ਜਾਂ ਵੀ ਹੋਵੇ ਜਾਂ ਯੂ ਹੋਵੇ ਜਾਂ ਦੇ ਹੋਵੇ ਤਾਂ ਇਸ ਲਈ ਨਿਯਮ ਹੈ ਸਬਜੈਕਟ ਪਲੱਸ ਡੂ ਨਾਟ ਪਲੱਸ V1 ਭਾਵ ਵਰਬ ਦੀ ਪਹਿਲੀ ਫਾਰਮ ਪਲੱਸ ਆਬਜੈਕਟ। ਆਓ ਇਸ ਦੀਆਂ ਕੁਝ ਉਦਾਹਰਨਾਂ ਦੇਖਦੇ ਹਾਂ। ਉਹ ਸਕੂਲ ਨਹੀਂ ਜਾਂਦੇ ਹਨ ਤਾਂ ਬਹੁਵਚਨ ਸਬਜੈਕਟ ਹੈ, ਇਸ ਦੀ ਇੰਗਲਿਸ਼ ਆਵੇਗੀ ਦੇ, ਉਸ ਤੋਂ ਬਾਅਦ ਆਵੇਗਾ ਡੂ ਨਾਟ, ਫਿਰ ਵਰਬ ਦੀ ਪਹਿਲੀ ਫਾਰਮ ਭਾਵ ਗੋ ਨਾਲ ਟੂ ਤੇ ਫਿਰ ਸਕੂਲ, ਤਾਂ ਵਾਕ ਬਣ ਜਾਵੇਗਾ ਦੇ ਡੂ ਨਾਟ ਗੋ ਟੂ ਸਕੂਲ। ਮੈਂ ਸਵੇਰੇ ਜਲਦੀ ਨਹੀਂ ਉੱਠਦਾ ਹਾਂ। ਆਈ ਡੂ ਨਾਟ ਗੈਟ ਅਪ ਅਰਲੀ ਇਨ ਦਾ ਮਾਰਨਿੰਗ। ਇਸੇ ਤਰ੍ਹਾਂ ਇੱਕ ਵਾਕ ਹੈ ਉਹ ਕੈਨੇਡਾ ਨਹੀਂ ਰਹਿੰਦਾ ਹੈ ਤਾਂ ਇਸ ਦੀ ਇੰਗਲਿਸ਼ ਬਣੇਗੀ ਹੀ ਡਜ਼ ਨਾਟ ਲਿਵ ਇਨ ਕੈਨੇਡਾ। ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਲਿਖਣ ਲੱਗਿਆਂ ਅਸੀਂ ਲਿਖਦੇ ਹਾਂ ਨਹੀਂ ਜਾਣਦੇ ਹਨ, ਨਹੀਂ ਉੱਠਦਾ ਹੈ, ਨਹੀਂ ਉੱਠਦਾ ਹਾਂ, ਨਹੀਂ ਰਹਿੰਦਾ ਹਾਂ, ਪਰ ਬੋਲਣ ਵੇਲੇ ਅਸੀਂ ਹਾਂ, ਹਨ ਆਦਿ ਨਹੀਂ ਬੋਲਦੇ, ਸਿਰਫ ਇਸ ਤਰ੍ਹਾਂ ਹੀ ਬੋਲਦੇ ਹਨ। ਉਹ ਸਕੂਲ ਨਹੀਂ ਜਾਂਦਾ, ਮੈਂ ਸਵੇਰੇ ਜਲਦੀ ਨਹੀਂ ਉੱਠਦਾ, ਉਹ ਕੈਨੇਡਾ ਨਹੀਂ ਰਹਿੰਦਾ। ਸੋ ਵਾਕ ਬਣਾਉਣ ਲੱਗੇ ਇਸ ਗੱਲ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇ। ਸਟੂਡੈਂਟਸ, ਜੇਕਰ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਇੰਟੈਰੋਗੇਟਿਵ ਭਾਵ ਪ੍ਰਸ਼ਨਵਾਚਕ ਵਾਕਾਂ ਦੀ ਪਹਿਚਾਣ ਕਰਨੀ ਹੋਵੇ ਤਾਂ ਅਸੀਂ ਦੇਖਾਂਗੇ ਕਿ ਵਾਕ ਦੇ ਸ਼ੁਰੂ ਵਿੱਚ ਕੀ ਨਾਲ ਪ੍ਰਸ਼ਨ ਪੁੱਛਿਆ ਜਾਂਦਾ ਹੈ ਅਤੇ ਅੰਤ ਵਿੱਚ ਦਾ ਹੈ, ਦੀ ਹੈ, ਦੇ ਹਨ, ਦੀਆਂ ਹਨ ਆਦਿ ਆਉਂਦਾ ਹੈ। ਤਾਂ ਇਸ ਨੂੰ ਇੰਗਲਿਸ਼ ਟਰਾਂਸਲੇਟ ਕਰਨ ਲਈ ਜੋ ਨਿਯਮ ਹੈ ਉਹ ਹੈ ਸਭ ਤੋਂ ਪਹਿਲਾਂ ਆਏਗਾ ਡੂ ਜਾਂ ਡਜ਼, ਫਿਰ ਸਬਜੈਕਟ ਪਲੱਸ ਵਰਬ ਦੀ ਪਹਿਲੀ ਫਾਰਮ ਪਲੱਸ ਆਬਜੈਕਟ ਤੇ ਉਸ ਤੋਂ ਬਾਅਦ ਕੁਐਸਚਨ ਮਾਰਕ। ਡੂ ਅਤੇ ਡਜ਼ ਦੀ ਵਰਤੋਂ ਦਾ ਅੰਤਰ ਆਪਾਂ ਇਸ ਤਰ੍ਹਾਂ ਜਾਣਾਂਗੇ। ਡੂ ਨਾਲ ਵਾਕ ਦੀ ਸ਼ੁਰੂਆਤ ਉੱਥੇ ਕੀਤੀ ਜਾਵੇਗੀ ਜਿੱਥੇ ਸਬਜੈਕਟ ਆਈ ਜਾਂ ਵੀ ਜਾਂ ਯੂ ਜਾਂ ਦੇ ਜਾਂ ਬਹੁਵਚਨ ਹੋਵੇ, ਅਤੇ ਡਜ਼ ਨਾਲ ਵਾਕ ਦੀ ਸ਼ੁਰੂਆਤ ਉਦੋਂ ਕੀਤੀ ਜਾਵੇਗੀ ਜਦੋਂ ਸਬਜੈਕਟ ਹੀ ਜਾਂ ਸ਼ੀ ਜਾਂ ਇਟ ਜਾਂ ਇੱਕ ਵਚਨ ਨਾਮ ਹੋਵੇ। ਤਾਂ ਆਓ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਇੰਟੈਰੋਗੇਟਿਵ ਸੈਂਟੈਂਸਸ ਦੀਆਂ ਕੁਝ ਉਦਾਹਰਨਾਂ ਦੇਖੀਏ। ਕੀ ਉਹ ਮੰਦਰ ਜਾਂਦੇ ਹਨ ਤਾਂ ਇਸ ਦੀ ਇੰਗਲਿਸ਼ ਆਵੇਗੀ ਡੂ ਦੇ ਗੋ ਟੂ ਟੈਂਪਲ। ਕੀ ਮੈਂ ਸਵੇਰੇ ਜਲਦੀ ਉੱਠਦਾ ਹਾਂ, ਡੂ ਆਈ ਗੈਟ ਅਪ ਅਰਲੀ ਇਨ ਦਾ ਮਾਰਨਿੰਗ। ਕੀ ਉਹ ਅਮਰੀਕਾ ਰਹਿੰਦਾ ਹੈ, ਡਜ਼ ਹੀ ਲਿਵ ਇਨ ਅਮੈਰੀਕਾ। ਇਸ ਦੀਆਂ ਕੁਝ ਹੋਰ ਉਦਾਹਰਨਾਂ ਹਨ ਡਜ਼ ਸ਼ੀ ਕੁਕ ਫੂਡ ਡੇਲੀ ਭਾਵ ਕੀ ਉਹ ਖਾਣਾ ਰੋਜ਼ ਬਣਾਉਂਦੀ ਹੈ, ਡੂ ਯੂ ਪਲੇ ਗਿਟਾਰ ਕੀ ਤੁਸੀਂ ਗਿਟਾਰ ਵਜਾਉਂਦੇ ਹੋ। ਵਿਦਿਆਰਥੀਓ, ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਇੰਟੈਰੋਗੇਟਿਵ ਪਲੱਸ ਨੈਗੇਟਿਵ ਸੈਂਟੈਂਸਸ ਦੀ ਪਹਿਚਾਣ ਇਸ ਤਰ੍ਹਾਂ ਹੋਵੇਗੀ ਕਿ ਵਾਕ ਦੇ ਸ਼ੁਰੂ ਵਿੱਚ ਕੀ ਲੱਗਿਆ ਹੁੰਦਾ ਹੈ, ਉਸ ਤੋਂ ਬਾਅਦ ਸਬਜੈਕਟ ਆਉਂਦਾ ਹੈ ਅਤੇ ਉਸ ਤੋਂ ਬਾਅਦ ਨਹੀਂ ਲੱਗਿਆ ਹੁੰਦਾ ਹੈ। ਪ੍ਰਸ਼ਨ ਦੇ ਅੰਤ ਵਿੱਚ ਦਾ ਹੈ, ਦੀ ਹੈ, ਦੇ ਹਨ, ਦੀਆਂ ਹਨ ਆਉਂਦਾ ਹੈ।
ਇਸ ਦੇ ਲਈ ਰੂਲ ਜਾਂ ਨਿਯਮ ਹੈ ਡੂ ਜਾਂ ਡਜ਼ ਪਲੱਸ ਸਬਜੈਕਟ ਪਲੱਸ ਨੋਟ ਪਲੱਸ ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ ਅਤੇ ਲਾਸਟ ਦੇ ਵਿੱਚ ਕੁਐਸਚਨ ਮਾਰਕ। ਤਾਂ ਡੂ ਅਤੇ ਡਜ਼ ਦੀ ਵਰਤੋਂ ਦਾ ਅੰਤਰ ਆਪਾਂ ਉਸੇ ਤਰ੍ਹਾਂ ਦੇਖਾਂਗੇ ਕਿ ਜੇ ਸਬਜੈਕਟ ਆਈ ਵੀ ਯੂ ਦੇ ਜਾਂ ਪਲੂਰਲ ਹੋਵੇ ਤਾਂ ਵਾਕ ਦੀ ਸ਼ੁਰੂਆਤ ਡੂ ਨਾਲ ਹੋਵੇਗੀ ਅਤੇ ਜੇ ਸਬਜੈਕਟ ਹੀ ਜਾਂ ਸ਼ੀ ਜਾਂ ਇਟ ਜਾਂ ਐਨੀ ਨੇਮ ਜਾਂ ਇੱਕ ਵਚਨ ਦੇ ਨਾਲ ਹੋਵੇ ਤਾਂ ਵਾਕ ਦੀ ਸ਼ੁਰੂਆਤ ਡਜ਼ ਨਾਲ ਹੋਵੇਗੀ। ਵਰਬ ਦੀ ਪਹਿਲੀ ਫਾਰਮ ਤੋਂ ਪਹਿਲਾਂ ਨੋਟ ਦੀ ਵਰਤੋਂ ਕੀਤੀ ਜਾਵੇਗੀ। ਸਟੂਡੈਂਟਸ ਆਓ ਇੰਟਰੋਗੇਟਿਵ ਪਲੱਸ ਨੈਗੇਟਿਵ ਟੈਂਸਸ ਦੀਆਂ ਕੁਝ ਐਗਜ਼ਾਮਪਲਸ ਦੇਖ ਲਈਏ। ਕੀ ਉਹ ਸਕੂਲ ਨਹੀਂ ਜਾਂਦੇ ਹਨ? ਡੂ ਦੇ ਨਾਟ ਗੋ ਟੂ ਸਕੂਲ? ਕੁਐਸਚਨ ਮਾਰਕ ਸ਼ਬਦ ਦੇ ਮਗਰ ਲੱਗੇਗਾ। ਕੀ ਮੈਂ ਸਵੇਰੇ ਜਲਦੀ ਨਹੀਂ ਉੱਠਦਾ ਹਾਂ? ਡੂ ਆਈ ਨਾਟ ਗੈਟ ਅਪ ਅਰਲੀ ਇਨ ਦਾ ਮਾਰਨਿੰਗ? ਕੀ ਉਹ ਕੈਨੇਡਾ ਨਹੀਂ ਰਹਿੰਦਾ ਹੈ? ਡਜ਼ ਹੀ ਨਾਟ ਲਿਵ ਇਨ ਕੈਨੇਡਾ? ਇਸ ਦੀਆਂ ਕੁਝ ਹੋਰ ਉਦਾਹਰਨਾਂ ਹਨ। ਡਜ਼ ਹੀ ਨਾਟ ਡਰਾਈਵ ਅ ਟੈਕਸੀ? ਡੂ ਆਈ ਨਾਟ ਵਾਚ ਦ ਨਿਊਜ਼ ਔਨ ਟੀਵੀ? ਮੈਂ ਉਮੀਦ ਕਰਦਾ ਹਾਂ ਕਿ ਆਪ ਸਭ ਨੂੰ ਇਹ ਟੈਂਸ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ, ਪਰ ਫਿਰ ਵੀ ਜੇ ਕਿਸੇ ਦਾ ਕੋਈ ਸਵਾਲ ਹੈ ਜਾਂ ਕੋਈ ਕੁਐਰੀ ਹੈ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਲਿਖ ਸਕਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕਸ ਫॉर ਵਾਚਿੰਗ। Please subscribe our channel. Please like, comment and share. Thank you.